anyone from anywhere from the world without going through the LMI process। तो ਐਗਜ਼ੈਂਪਸ਼ਨ ਉਹਨਾਂ ਨੂੰ ਮਿਲ ਗਈ ਤੇ ਉਹਨਾਂ ਨੂੰ LMI process ਵਾਸਤੇ ਜਾਣਾ ਹੀ ਨਹੀਂ ਪੈਣਾ। ਪਿਛਲੇ 5 ਸਾਲਾਂ ਵਿੱਚ 3 ਵਾਰੀ ਇਸ ਪ੍ਰੋਗਰਾਮ ਨੂੰ ਯੂਜ਼ ਕਰਕੇ यानी LMI process ਨੂੰ ਯੂਜ਼ ਕਰਕੇ ਕਾਮੇ ਹਾਇਰ ਕੀਤੇ ਔਰ उन ਕਾਮਿਆਂ ਨੂੰ ਜਾਂ ਤੇ ਉਹ ਪੂਰੇ ਕੰਮ ਕਰਕੇ ਆਪਣਾ ਚਲੇ ਗਏ ਆਪਣੀ ਕੰਟਰੀ ਨੂੰ ਵਾਪਸ ਜਾਂ ਉਹ ਟ੍ਰਾਂਸਫਾਰਮ ਕਰਕੇ ਚਲੇ ਗਏ PR यानी कि ਉਹ ਪ੍ਰੋਸੈਸ ਵਧੀਆ ਰਿਹਾ ਸਮੂਥ ਰਿਹਾ ਕੋਈ ਟੈਂਪਰੇਰੀ ਫੋਰਨ ਵਰਕਰ ਨੂੰ ਪ੍ਰੋਬਲਮ ਨਹੀਂ ਆਈ ਕੋਈ ਸ਼ਿਕਾਇਤ ਨਹੀਂ ਉਹਨਾਂ ਦੇ ਕੋਈ ਸ਼ਿਕਾਇਤ ਨਹੀਂ ਆਈ ਉਹਨਾਂ ਦੇ ਖਿਲਾਫ ਤੇ ਉਹਨਾਂ ਨੇ ਬਣਾਤਾ ਕਿ ਰੈਕੋਗਨਾਈਜ਼ਡ EMPLOYER ਹੋ ਗਿਆ ਉਹ। ਤਾਂ ਫਿਰ ਸਾਨੂੰ ਹੁਣ ਇਸ ਪਾਇਲਟ ਪ੍ਰੋਗਰਾਮ ਦੇ ਵਿੱਚ ਪਹਿਲਾਂ ਰੈਕੋਗਨਾਈਜ਼ ਹੋਣਾ ਪਏਗਾ। अगर रिकॉग्नाइज हो जाओगे तो फास्ट हो जाएगा, अदरवाइज अगर आज फिर सीधे जाके भर्ती कर सकते हो। हाँ बेसिकली की LMI का प्रोसेस जो आज की डेट 3 तो 4 महीने ले रहा है। यह प्रॉब्लम बहुत आ रही है पिछले 3-4 महीने तो बिल्कुल ये प्रोग्राम एक्चुअली बहुत ज़्यादा लंबा लेंदी हो गया है। वो हड़ताल हो गई हड़ताल होने करके इस जो बैकलॉग बनया उन्होंने बेसिकली एक तो तोड़ भी दूगा थोड़ा स्लो हो जाऊगा थोड़ा फास्ट हो जाऊगा। बेसिकली वो ਜਿਹੜੇ भी एप्लीकेशन लगियां हुई चूँकि रिकॉग्नाइज एम्पलॉयज़ दी होंगे जल्दी प्रोसैस हो जाएगी। वो इमीग्रेंट्स या जो ऑलरेडी पीपल इतने ने उन्होंने क्लासीफाई करने वास्ते सारे प्रोग्राम आ रहे हैं ताकि वो लोग अपनी एम्पलॉयबिलिटी अपने स्किल्स उस हिसाब नाल ही एनहांस करन उस वही कोर्सेज पढ़न वही अपने स्किल्स ਨੂੰ एनहांस करन ਜਿਹੜੇ इन सब ਜਿਹੜੇ डिमांड वाली ऑक्यूपेशंस ने ਉਹਦਾ ਵਾਸਤੇ ਉਹ एम्पलॉयबल ਹੋ ਜਾਣ ਤਾਂ ਕੱਲ ਨੂੰ ਇਹ ਪ੍ਰੋਬਲਮ ਨਾ ਆਏ ਕਿ ਵੀ ਆਰ ਅੰਡਰ EMPLOYED ਹੋਣ ਲੋਕੀ ਹੋਣ ਜਿਹਨੂੰ ਅਸੀਂ EMPLOY ਹੀ ਨਹੀਂ ਕਰ ਸਕਦੇ। The Harjinder Singh Show। ਨਿਤਿਨ ਜੀ ਆਨ ਧੰਨਵਾਦ ਤੁਹਾਡਾ ਸ਼ੁਰੂਆਤ ਦਾ ਬਹੁਤ ਧੰਨਵਾਦ ਜੀ। ਸੋ ਇਹ ਨਵਾਂ ਪ੍ਰੋਗਰਾਮ ਕੀ ਆ 2 ਪ੍ਰੋਗਰਾਮ ਨੇ ਜਾਂ 1 ਪ੍ਰੋਗਰਾਮ ਹੈ ਜੀ 2 ਅਲੱਗ-ਅਲੱਗ ਵੱਖਰੀ ਚੀਜ਼ਾਂ ਨੇ ਜੀ। ਇੱਕ ਤਾਂ ਹੈਗੀ ਐਗਜ਼ੈਂਪਸ਼ਨ ਜਿਹੜੀ ਲੁਲੂਲੈਮਨ ਤੁਸੀਂ ਐਗਜ਼ਾਮਪਲ ਦਿੱਤਾ ਉਹਨਾਂ ਵਾਸਤੇ ਉਹ ਜਿਹੜੇ EMPLOYERS ਨੇ ਜਿਹੜੇ ਬਹੁਤ ਟਰਸਟਿਡ ਵੀ ਕਹਿ ਸਕਦੇ ਹੋ ਬਹੁਤ ਵੱਡੇ EMPLOYERS ਨੇ ਦੇ ਆਰ ਇਨਵੈਸਟਿੰਗ ਇਨਟੂ ਕੈਨੇਡੀਅਨ ਇਕਨੋਮੀ। ਜਿਵੇਂ ਲੁਲੂਲੈਮਨ ਦਾ ਐਗਜ਼ਾਮਪਲ ਤੁਸੀਂ ਲਿੱਤਾ 2022 ਚ ਉਹਨਾਂ ਨੇ ਕਰੀਬ 9000 ਲੋਕਾਂ ਨੂੰ ਜੌਬਸ ਦਿੱਤੀਆਂ ਸੀਗੀਆਂ ਇਕੱਲੇ ਲੁਲੂਲੈਮਨ ਨੇ ਤੇ ਉਹਨਾਂ ਨੇ ਇੱਕ ਅਗਲੇ 3 ਸਾਲਾਂ ਵਿੱਚ ਬ੍ਰਿਟਿਸ਼ ਕੋਲੰਬੀਆ ਵਿੱਚ ਹੀ ਆਪਣੇ ਹੈੱਡਕੁਆਰਟਰਸ ਵਿੱਚ ਇੱਕ ਬਹੁਤ ਵੱਡੀ ਇਨਵੈਸਟਮੈਂਟ ਕਰਨ ਦਾ ਪਲਾਨ ਦਿੱਤਾ ਗਵਰਨਮੈਂਟ ਨੂੰ। ਉਸ ਪ੍ਰੋਜੈਕਸ਼ਨ ਵਾਸਤੇ ਦੇ ਨੀਡਿਡ ਪੀਪਲ तो उन्होंने कहा कि मैं वो जो स्पैशलाइज पीपल चाहिए ने मैं विद इन कैनेडा नहीं मिलने तो अगर LMI प्रोसेस के नाल जाते तो उन्होंने टाइम बहुत लगता दैट्स वाई तो गवर्नमेंट के नाल कहते हैं बेसिकली उन्होंने प्रोग्राम चलता है कैनेडा ब्रिटिश कोलंबीया इमीग्रेशन पायलट प्रोग्राम वो अंदर उन्होंने एग्जाम्पशन दी थी तो हुण दे आर एग्जाम्प्टेड टू हायर एनीवन फ्रॉम एनीवेयर फ्रॉम द वर्ल्ड विदाउट गोइंग थ्रू द LMI प्रोसेस। तो एग्जाम्पशन उन्होंने मिल गई तो उन्होंने LMI प्रोसेस वास्ते जाना ही नहीं पैना। तो ਇਹੋ ਜਿਹੇ ਕਈ ਵੱਡੇ ਜਿਹੜੇ EMPLOYERS ਜਿਹੜੇ ਹੈਗੇ ਨੇ ਜਿਨ੍ਹਾਂ ਨੂੰ ਐਕਚੁਅਲੀ ਬੰਦਿਆਂ ਦੀ ਕਾਮਿਆਂ ਦੀ ਲੋੜ ਹੈਗੀ ਹੈ ਔਰ ਉਹਨਾਂ ਨੂੰ ਉਦੋਂ ਨਹੀਂ ਮਿਲਦੇ ਪਏ ਉਹਨਾਂ ਵਾਸਤੇ ਬਹੁਤ ਹੀ ਵਧੀਆ ਪ੍ਰੋਗਰਾਮ ਉਹਨਾਂ ਨੇ ਸ਼ੁਰੂ ਕੀਤਾ। ਕੱਲ ਜਿਹੜਾ ਇੱਕ ਨਵਾਂ ਪਾਇਲਟ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਇਹ ਕੀ ਆ? ਇਹ ਹੈਗਾ ਅਲੱਗ ਇਹ ਹੈਗਾ ਜੀ ਜਿਹੜੇ ਛੋਟੇ ਕਾਮਿਆਂ ਛੋਟੇ EMPLOYERS ਵਾਸਤੇ ਉੱਥੇ ਇਹਨਾਂ ਨੇ ਇੱਕ ਨਵਾਂ ਪ੍ਰੋਗਰਾਮ ਪਾਇਲਟ ਪ੍ਰੋਗਰਾਮ ਦਾ ਨਾਂ ਦਿੱਤਾ ਉਹਨਾਂ ਨੇ ਰਿਕੋਗਨਾਈਜ਼ਡ EMPLOYER ਪਾਇਲਟ ਪ੍ਰੋਗਰਾਮ। ਜਿਵੇਂ ਅਸੀਂ ਤੁਸੀਂ ਸਹੀ ਕਿਹਾ ਕਿ ਟਰਸਟਿਡ EMPLOYER ਟਰਸਟਿਡ ਨਹੀਂ ਕਹਾਂਗੇ ਅਸੀਂ ਕਹਾਂਗੇ ਜਿਹੜੇ ਆਲਰੇਡੀ ਇਸ ਪ੍ਰੋਸੈਸ ਤੋਂ ਗੁਜ਼ਰ ਚੁੱਕੇ ਨੇ ਪਿਛਲੇ 5 ਸਾਲਾਂ ਵਿੱਚ। ਜਿਵੇਂ ਕੋਈ EMPLOYER ਇਹਦੇ ਜਿਹਨਾਂ ਨੇ ਦਿੱਤਾ ਡਾਟਾ ਇਹਦਾ ਪੂਰਾ ਵੇਰਵਾ ਹੁਣੇ ਨਹੀਂ ਆਇਆ ਉਹ ਆਉਣਾ ਹੈ ਬਟ ਜਿਹੜਾ ਨੋਰਮਲ ਡਾਟਾ ਦਿੱਤਾ ਉਹਦੇ ਅੰਦਰ ਇਹ ਦੱਸਿਆ ਗਿਆ ਕਿ ਜਿਨ੍ਹਾਂ ਨੇ ਪਿਛਲੇ 5 ਸਾਲਾਂ ਵਿੱਚ 3 ਵਾਰੀ ਇਸ ਪ੍ਰੋਗਰਾਮ ਨੂੰ ਯੂਜ਼ ਕਰਕੇ यानी LMI प्रोसेस ਨੂੰ ਯੂਜ਼ ਕਰਕੇ ਕਾਮੇ ਹਾਇਰ ਕੀਤੇ ਔਰ उन ਕਾਮਿਆਂ ਨੂੰ ਜਾਂ ਤੇ ਪੂਰੇ ਕੰਮ ਕਰਕੇ ਆਪਣਾ ਚਲੇ ਗਏ ਆਪਣੀ ਕੰਟਰੀ ਨੂੰ ਵਾਪਸ ਜਾਂ ਉਹ ट्रांसफॉर्म करके चले गए PR यानी कि वो प्रोसेस वधिया रहा ਸਮੂਥ ਰਿਹਾ कोई ਟੈਂਪਰੇਰੀ ਫੋਰਨ ਵਰਕਰ ਨੂੰ ਪ੍ਰੋਬਲਮ ਨਹੀਂ ਆਈ ਕੋਈ ਸ਼ਿਕਾਇਤ ਨਹੀਂ ਉਹਨਾਂ ਦੇ ਖਿਲਾਫ ਕੋਈ ਸ਼ਿਕਾਇਤ ਨਹੀਂ ਆਈ ਉਹਨਾਂ ਦੇ ਖਿਲਾਫ ਤੇ ਉਹਨਾਂ ਨੇ ਬਣਾਤਾ ਕਿ ਰਿਕੋਗਨਾਈਜ਼ਡ EMPLOYER ਹੋ ਗਿਆ ਉਹ। ਉਹਨਾਂ ਨੂੰ ਇੱਕ ਜਿਵੇਂ ਕਹਿੰਦੇ ਨੇ ਕਿ ਅੱਜ ਕੱਲ੍ਹ ਉਹ ਵੈਰੀਫਾਈਡ ਟਿਕ ਚੱਲਦਾ ਪਿਆ ਉਹ ਇਹਨਾਂ ਨੂੰ ਇੱਕ ਜੌਬ ਬੈਂਕ ਤੇ ਟਿਕ ਮਿਲ ਜਾਊਗਾ ਕਿ ਦੇ ਆਰ ਰਿਕੋਗਨਾਈਜ਼ਡ EMPLOYERS ਤੇ ਉਹ ਅਸੀਂ ਵੀ ਦੇਖ ਪਾਵਾਂਗੇ यानी ਜੌਬ ਸੀਕਰਸ ਵੀ ਦੇਖ ਪਾਉਣਗੇ ਉਹਨਾਂ ਵਾਸਤੇ ਥੋੜ੍ਹਾ ਜਿਹਾ ਪ੍ਰੋਸੈਸ ਫਾਸਟ ਹੋ ਜਾਊਗਾ। ਆਪਾਂ ਨੂੰ ਛੋਟਾ ਜਿਹਾ ਸਮਝਣਾ ਪਏਗਾ ਕਿ ਜਦ LMI ਐਪਲੀਕੇਸ਼ਨ ਜਾਂਦੀ ਹੈ ਤਾਂ ਉਹਨੂੰ 2 ਤਰੀਕੇ ਨਾਲ ਸਕੂਟਨੀ ਕੀਤੀ ਜਾਂਦੀ ਹੈ। ਪਹਿਲੀ ਕੀਤੀ ਜਾਂਦੀ ਹੈ ਕਿ ਬਿਜ਼ਨਸ ਲੈਜਿਟ ਹੈ ਕਿ ਨਹੀਂ ਹੈ ਤੇ ਦੂਜੀ ਕੀ ਜਾਂਦੀ ਹੈ ਕਿ ਉਹ ਜਿਹੜੀ ਜੌਬ ਵਾਸਤੇ LMI ਦੀ ਐਪਲੀਕੇਸ਼ਨ ਪਾਈ ਗਈ ਹੈ ਉਹ ਚਾਹੀਦੀ ਹੈ ਉਸ EMPLOYER ਨੂੰ ਜਾਂ ਉਹਦੇ ਵਾਸਤੇ ਰਿਕਰੂਟਮੈਂਟ ਐਫਰਟਸ ਕੀਤੇ ਗਏ ਸੀ ਕਿ ਨਹੀਂ ਕੀਤੇ ਗਏ ਸੀ। ਤੇ ਜਿਹੜੀ ਪਹਿਲੀ ਉਹਦੀ ਜਿਹੜੀ ਹੈਗੀ ਹੈ ਕਿ ਬਿਜ਼ਨਸ ਲੈਜਿਟ ਹੈਗਾ ਕਿ ਨਹੀਂ ਹੈਗਾ ਉਹ ਵਾਲੇ ਪੜਾਵ ਤੇ ਉਹ ਵਾਲੇ ਰਿਕੋਗਨਾਈਜ਼ਡ EMPLOYER ਜਿਹੜੇ ਨੇ ਉਹਨਾਂ ਨੂੰ ਬਾਈਪਾਸ ਮਿਲ ਜਾਊਗਾ ਤੇ ਦੈਟਸ ਵਾਈ ਉਹਨਾਂ ਦਾ ਜਿਹੜਾ ਪੂਰਾ ਪ੍ਰੋਸੈਸ ਹੈ ਉਹ ਬੜਾ ਫਾਸਟ ਹੋ ਜਾਊਗਾ। ਤੇ ਇਹਦੇ ਨਾਲ ਇੱਕ ਚੀਜ਼ ਹੋਰ ਹੋ ਜਾਏਗੀ ਕਿ ਜਿਹੜੇ ਰਿਕੋਗਨਾਈਜ਼ਡ EMPLOYERS ਨੇ ਉਹ ਟਿਕ ਲੱਗਣ ਕਰਕੇ ਜਿਹੜੇ ਜੌਬ ਸੀਕਰਸ ਹੋਣਗੇ ਓਬਵੀਅਸਲੀ ਐਜ਼ EMPLOYERS को ज़्यादा ਜਾਣਗੇ ਤੇ ਐਸ EMPLOYERS ਨੂੰ ਈਜ਼ੀਲੀ ਜੌਬ ਵਰਕਰਸ ਮਿਲਣ ਦੀ। ਸੋ ਰਿਕੋਗਨਾਈਜ਼ਡ EMPLOYER ਦੀ ਐਲੀਜੀਬਿਲਿਟੀ ਸਿਰਫ ਇਹੀ ਹੈ ਵੀ 5 ਸਾਲਾਂ 'ਚ 3 ਬੰਦੇ ਮੰਗਵਾਏ ਹੋਣ। ਹਾਂਜੀ 5 ਸਾਲਾਂ 'ਚ 3 ਬੰਦੇ ਮੰਗਾਏ ਹੋਣ ਬਟ ਉਹਨਾਂ ਨੇ ਕੀ ਕੀਤਾ ਕਿ ਇੱਕ ਨਾ ਇਹਨੂੰ ਲਿੰਕ ਕਰਤਾ ਹੈ ਕੈਨੇਡੀਅਨ ਆਕੂਪੇਸ਼ਨਲ ਪ੍ਰੋਜੈਕਸ਼ਨ ਸਿਸਟਮ ਦੇ ਨਾਲ। ਇੱਕ ਇਹ ਸਿਸਟਮ ਹੈਗਾ ਜਿਹਦੇ ਜਿਹਨਾਂ ਨੇ ਨਾ ਅਗਲੇ 10 ਸਾਲ ਦੀ ਪ੍ਰੋਜੈਕਸ਼ਨ ਦਿੱਤੀ ਹੋਈ ਹੈ ਉਹਦੇ ਅੰਦਰ ਇਹਨਾਂ ਨੇ ਦਿੱਤਾ ਹੋਇਆ ਕਿ ਨੈਕਸਟ 10 ਈਅਰਸ ਵਿੱਚ ਕਿਹੜੀਆਂ ਜੌਬਸ ਡਿਮਾਂਡ 'ਚ ਆਉਣਗੀਆਂ ਕਿਹੜੀਆਂ ਜੌਬਸ ਦੀਆਂ ਰਿਕੁਆਇਰਮੈਂਟ ਹੋ ਸਕਦੀਆਂ ਨੇ ਉਹ ਲਿਸਟ ਇੱਕ ਹੈਗੀ ਹੈ ਉਹ ਵੀ ਕੈਨ ਸ਼ੇਅਰ ਦ ਲਿੰਕ ਵਿਦ ਦ ਪੀਪਲ। ਉਹਦੇ ਅੰਦਰ ਜ਼ਿਆਦਾਤਰ ਉਹੀ ਨੇ ਜਿਹੜੀਆਂ ਕੈਟੇਗਰੀ ਬੇਸਡ ਔਰ ਆਏ ਸੀਗੇ ਉਹੀ ਸੇਮ ਹੈਗੀਆਂ ਨੇ ਹੈਲਥ ਦੀਆਂ STEM ਦੀਆਂ ਟ੍ਰੇਡਸ ਦੀਆਂ ਉਹ ਸਭ ਜੌਬਸ ਇਹਨਾਂ ਨੇ ਅਗਲੇ 10 ਸਾਲਾਂ ਵਿੱਚ ਐਜ਼ ਪਰ ਪ੍ਰੋਜੈਕਸ਼ਨ ਆਫ ਦ ਪਾਪੂਲੇਸ਼ਨ ਦਿੱਤੀਆਂ ਹੋਈਆਂ ਨੇ। ਅੱਛਾ ਗਵਰਨਮੈਂਟ ਨੇ ਜਿਹੜੇ ਇਹ ਪਾਇਲਟ ਪ੍ਰੋਜੈਕਟ ਦੇ ਵਿੱਚ EMPLOYERS
ਸ਼ਾਮਲ ਕੀਤੇ ਗਏ ਨੇ ਉਹਨਾਂ ਦੀ ਕੋਈ ਲਿਸਟ ਜਾਰੀ ਕੀਤੀ ਹੈ? ਜੀ ਹੁਣੇ ਨਹੀਂ ਕੀਤੀ ਹੈ, ਹੁਣ ਐਕਚੁਅਲੀ ਇਹਨਾਂ ਨੇ ਇਹ ਸ਼ੁਰੂ ਕੀਤਾ ਹੈ ਕਿ ਇਹ 2 ਫੇਜ਼ਿਸ ਵਿੱਚ ਕਰਨਗੇ। ਜਿਹੜਾ ਪਹਿਲਾ ਫੇਜ਼ ਹੈ ਉਹ ਸਤੰਬਰ ਤੋਂ ਸ਼ੁਰੂ ਹੋਣਾ, ਯਾਨੀ ਅਗਲੇ ਮਹੀਨੇ ਤੋਂ ਸ਼ੁਰੂ ਹੋਣਾ। ਉਹ ਉਸ ਫੇਜ਼ ਅੰਦਰ ਦੇ ਜਿਹੜੇ EMPLOYERS ਨੇ ਉਹ ਲੈਣਗੇ, ਉਹ ਐਗਰੀਕਲਚਰ ਸਟਰੀਮ ਆ ਰਹੇ, ਯਾਨੀ ਜਿਹੜੇ ਐਗਰੀਕਲਚਰ ਤੋਂ ਲਿੰਕਡ ਹੈਗੇ ਨੇ EMPLOYERS, ਉਹਨਾਂ ਨੂੰ ਸ਼ੁਰੂ ਕਰਨਗੇ। ਪਹਿਲੀ ਜਿਹੜੀ ਇਹਨਾਂ ਦੀ ਫੇਜ਼ ਹੈ। ਸੈਕਿੰਡ ਫੇਜ਼ ਜਨਵਰੀ ਤੋਂ ਸ਼ੁਰੂ ਹੋਏਗੀ, ਉਹਦੇ ਅੰਦਰ ਬਾਕੀ ਸਭ EMPLOYERS ਹੋਣਗੇ। ਉਹਦੀ ਲਿਸਟ ਉਹਨੇ ਆਉਣੀ ਹੈ ਕਿ ਕਿਹੜੀ ਇੰਡਸਟਰੀਜ਼ ਨੂੰ ਫਿਰ ਸੈਕਿੰਡ ਫੇਜ਼ ਵਿੱਚ ਲੈਣਗੇ ਉਹ। ਕੀ ਹੁਣ ਅਸੀਂ ਇਹ ਸਮਝੀਏ ਵੀ ਇਹ ਸਿਰਫ ਫਾਰਮਰਾਂ ਲਈ ਹੈ ਪ੍ਰੋਗਰਾਮ? ਨਹੀਂ, ਸਟਾਰਟ ਵਿਦ ਟੂ ਫਾਰਮਰਸ ਕਰਦੇ ਪਏ ਨੇ, ਬਿਕੋਜ਼ ਓਬਵੀਅਸਲੀ ਐਗਰੀਕਲਚਰ ਦੀ ਜਿਹੜੀ ਰਿਕੁਆਇਰਮੈਂਟ ਹੈਗੀ ਉਹ ਜ਼ਿਆਦਾ ਵੱਡੀ ਰਿਕੁਆਇਰਮੈਂਟ ਹੈ। ਉਹਨਾਂ ਨੂੰ ਬਲਕ 'ਚ ਬੰਦੇ ਚਾਹੀਦੇ ਹੁੰਦੇ ਨੇ, ਅਤੇ ਸ਼ੁਰੂਆਤ ਉਹਨਾਂ ਤੋਂ ਹੋ ਰਹੀ ਹੈ। ਬਟ ਯੈਸ, ਉਹਦੇ 'ਚ ਲਿਖਿਆ ਹੈ ਸੈਕਿੰਡ ਫੇਜ਼ ਜਨਵਰੀ 2024 ਤੋਂ ਦੇ ਵਿਲ ਬੀ ਮੇਕ ਓਪਨਿੰਗ ਇਟ ਫॉर ਅਦਰ EMPLOYERS ਆਲਸੋ, ਅਤੇ ਉਹ ਬਾਕੀ ਇੰਡਸਟਰੀਜ਼ ਵਾਸਤੇ ਵੀ ਖੁੱਲ੍ਹ ਜਾਣਾ ਹੈ। ਹੁਣ ਜੇ ਮੈਂ ਅੰਕੜੇ ਦੇਖਦਾ ਨਿਤਿਨ ਜੀ, ਜਿਹੜੀ ਸਭ ਤੋਂ ਵੱਧ ਕੈਨੇਡਾ ਦੇ ਵਿੱਚ ਬੰਦੇ ਸੱਦੇ ਗਏ ਨੇ ਕੰਮ ਕਰਨ ਲਈ, ਟੈਂਪਰੇਰੀ ਫੋਰਨ ਵਰਕਰਸ, ਨੰਬਰ 2 'ਤੇ ਉਹਨਾਂ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਆਉਂਦਾ। 32,000 ਟੈਂਪਰੇਰੀ ਫੋਰਨ ਵਰਕਰਸ BC ਦੇ ਵਿੱਚ ਪਿਛਲੇ ਸਾਲ ਸੱਦੇ ਗਏ ਸੀ, ਔਰ ਉਸ ਤੋਂ ਪਹਿਲਾਂ 10,200 ਸੱਦੇ ਗਏ ਸੀ। ਹੁਣ ਐਡੀ ਵੱਡੀ ਗਿਣਤੀ ਹੈ ਜਿਹੜੀ, ਇਹਨਾਂ 'ਚੋਂ ਮੈਜੋਰਿਟੀ ਐਗਰੀਕਲਚਰ ਦੇ ਵਿੱਚ ਹੀ ਕੰਮ ਕਰਦੇ ਨੇ? ਜੀ ਹਾਂਜੀ, ਮੈਜੋਰਟੀ ਤਾਂ ਨਹੀਂ, ਹਾਂ ਲਗਭਗ ਮੈਜੋਰਟੀ ਐਗਰੀਕਲਚਰ ਵਿੱਚ ਹੈਗੀ ਹੈ। ਬਟ ਯੈਸ, ਦੇਰ ਆਰ ਨੰਬਰ ਆਫ ਪੀਪਲ ਜਿਹੜੇ ਬੇਸਿਕਲੀ ਜਿਹਨੂੰ ਕਲਾਸੀਫਾਈ ਕਰਦੇ ਪਈ ਹੈ ਗੌਰਮੈਂਟ। ਜਿੰਨੀਆਂ ਵੀ ਜਿਹੜੀ ਆ ਰਹੀਆਂ ਨਾ ਪਾਲਿਸੀਜ਼, ਉਹ ਆ ਰਹੀਆਂ ਨੇ ਕਿ ਜਿਹੜੇ ਬੰਦੇ ਬਾਹਰੋਂ ਆ ਰਹੇ ਨੇ ਉਹਨਾਂ ਨੂੰ ਪਹਿਲੇ ਹੀ ਛਾਂਟ ਕੇ ਕਲਾਸੀਫਾਈ ਕਰਕੇ ਲਾਇਆ ਜਾਏ। ਮਤਲਬ ਤੁਸੀਂ ਜੇ ਸ਼ੁਰੂਆਤ 'ਚ ਗੱਲ ਕੀਤੀ ਸੀ ਕਿ ਇੱਥੇ ਬੰਦੇ ਬਹੁਤ ਜ਼ਿਆਦਾ ਆ ਗਏ ਬਟ ਦੇ ਆਰ ਨਾਟ ਐਮਪਲੋਏਬਲ, ਉਸ ਪ੍ਰੋਬਲਮ ਨੂੰ ਸੋਲਵ ਕਰਨ ਵਾਸਤੇ ਕਿ ਉਹ ਬੰਦੇ ਵੀ ਆ ਜਾਂਦੇ ਨੇ ਔਰ ਐਮਪਲੋਇਮੈਂਟ ਦੀ ਪ੍ਰੋਬਲਮ ਉੱਥੇ ਦੀ ਉੱਥੇ ਹੈਗੀ ਹੈ। ਹੁਣ ਜੇ ਫਰਜ਼ ਕਰੋ ਅਸੀਂ ਰੈਡ FM ਤੋਂ ਪੰਜਾਬੀ 'ਚ ਖਬਰਾਂ ਪੜ੍ਹਨ ਵਾਲੇ ਮੁੰਡੇ ਕੁੜੀਆਂ ਪੰਜਾਬ ਤੋਂ ਲੈ ਕੇ ਆਉਣਾ ਚਾਹੀਏ, ਜੀ ਬਿਲਕੁਲ, ਤਾਂ ਫਿਰ ਸਾਨੂੰ ਹੁਣ ਇਸ ਪਾਇਲਟ ਪ੍ਰੋਗਰਾਮ ਦੇ ਵਿੱਚ ਪਹਿਲਾਂ ਰੈਕੋਗਨਾਈਜ਼ ਹੋਣਾ ਪਏਗਾ। ਅਗਰ ਰੈਕੋਗਨਾਈਜ਼ ਹੋ ਜਾਓਗੇ ਤਾਂ ਫਾਸਟ ਹੋ ਜਾਏਗਾ, ਅਦਰਵਾਈਜ਼ ਅਗਰ ਅੱਜ ਫਿਰ ਸਿੱਧੇ ਜਾ ਕੇ ਭਰਤੀ ਕਰ ਸਕਦੇ ਹੋ। ਹਾਂ, ਬੇਸਿਕਲੀ ਕੀ ਹੈ ਕਿ LMI ਦਾ ਪ੍ਰੋਸੈਸ ਜਿਹੜਾ ਅੱਜ ਦੀ ਡੇਟ 'ਚ 3 ਤੋਂ 4 ਮਹੀਨੇ ਲੈ ਰਿਹਾ ਹੈ। ਇਹ ਪ੍ਰੋਬਲਮ ਬਹੁਤ ਆ ਰਹੀ ਹੈ ਪਿਛਲੇ 3-4 ਮਹੀਨੇ ਤੋਂ। ਬਿਲਕੁਲ ਇਹ ਪ੍ਰੋਗਰਾਮ ਐਕਚੁਅਲੀ ਬਹੁਤ ਜ਼ਿਆਦਾ ਲੰਬਾ ਲੈਂਦੀ ਹੋ ਗਿਆ ਹੈ। ਉਹ ਹੜਤਾਲ ਹੋ ਗਈ ਸੀ, ਹੜਤਾਲ ਹੋਣ ਕਰਕੇ ਇਹ ਜਿਹੜਾ ਬੈਕਲੌਗ ਬਣਿਆ ਉਹਨੂੰ ਬੇਸਿਕਲੀ ਇੱਕ ਤਾਂ ਤੋੜ ਵੀ ਦਊਗਾ, ਥੋੜ੍ਹਾ ਸਲੋ ਹੋ ਜਾਊਗਾ, ਥੋੜ੍ਹਾ ਫਾਸਟ ਹੋ ਜਾਊਗਾ। ਬੇਸਿਕਲੀ ਉਹ ਜਿਹੜੇ ਵੀ ਐਪਲੀਕੇਸ਼ਨਾਂ ਲੱਗੀਆਂ ਹੋਈਆਂ ਉਹਦੇ 'ਚੋਂ ਰੈਕੋਗਨਾਈਜ਼ EMPLOYERS ਦੀਆਂ ਹੋਣਗੀਆਂ, ਉਹ ਜਲਦੀ ਪ੍ਰੋਸੈਸ ਹੋ ਜਾਣਗੀਆਂ, ਅਤੇ ਉਹ ਇੱਕ ਬਹੁਤ ਵੱਡਾ ਬੈਨੀਫਿਟ ਮਿਲ ਜਾਊਗਾ ਸਿਸਟਮ ਨੂੰ। ਬਟ ਯੈਸ, ਤੁਹਾਨੂੰ ਫੋਲੋ ਕਰਨਾ ਪਏਗਾ ਪੂਰਾ ਸਿਸਟਮ, ਬਟ ਫਾਸਟ ਹੋ ਜਾਊਗਾ। ਅਗਰ ਤੁਸੀਂ ਰੈਕੋਗਨਾਈਜ਼ਡ EMPLOYER ਬਣ ਜਾਂਦੇ ਹੋ, ਤੁਹਾਡੇ ਵਾਸਤੇ EMPLOYER ਨੂੰ ਹਾਇਰ ਕਰਨਾ, ਆਪਣੇ ਕੋਲ ਇੱਕ ਡਾਟਾ ਨਹੀਂ ਹੈਗਾ ਇਸ ਵੇਲੇ, ਲੇਕਿਨ 10 ਤੋਂ 15 ਦਿਨ ਦੇ ਅੰਦਰ ਵੀ ਤੁਹਾਨੂੰ ਉਹਦੀ ਐਕਚੁਅਲੀ ਅਪਰੂਵਲ ਮਿਲ ਜਾਏਗੀ। ਦੈਟ ਇਜ਼ ਵਾਟ ਵੀ ਐਕਸਪੈਕਟ। ਅਤੇ ਜਿਹੜੀ ਤੁਸੀਂ ਦੱਸ ਰਹੇ ਸੀ ਵੀ ਆਉਣ ਵਾਲੇ ਸਾਲਾਂ 'ਚ ਕਿੰਨਾ ਟ੍ਰੇਡਸ ਦੀ ਜ਼ਿਆਦਾ ਜ਼ਰੂਰਤ ਪੈਣੀ ਆ, ਕਿਸ ਕਿਸਮ ਦੇ ਲੋਕਾਂ ਦੀ? ਜੀ ਬੇਸਿਕ ਜਿਹੜਾ ਇਹਨਾਂ ਨੇ ਐਗਜ਼ਾਮਪਲ ਜਿਹੜਾ ਡਾਟਾ ਦਿੱਤਾ ਹੈ ਕੈਨੇਡੀਅਨ ਆਕੂਪੇਸ਼ਨਲ ਪ੍ਰੋਜੈਕਸ਼ਨ ਸਿਸਟਮ ਦੇ ਅੰਦਰ, ਉਹਦੇ ਹਿਸਾਬ ਨਾਲ ਜਿਹੜੀ ਹੈਲਥ ਕੇਅਰ ਹੋ ਗਈ, STEM ਹੋ ਗਈ, ਜਿਹੜੀ ਬੇਸਿਕਲੀ ਕੈਟੇਗਰੀ ਵਾਲੀ ਜੌਬਸ ਨੇ ਉਹ ਵਾਲੀ ਚੀਜ਼ਾਂ ਨੇ। ਮਤਲਬ ਵਾਈਵੁੱਡ ਅਗਰ ਮੈਂ ਮੈਕਰੋ ਲੈਵਲ 'ਤੇ ਦੇਖਾਂ ਤਾਂ ਸਾਰਾ ਕੁਝ ਲਗਭਗ ਇੱਕੋ ਟ੍ਰੈਂਡ, ਇੱਕੋ ਜਗ੍ਹਾ ਜਾ ਰਿਹਾ ਹੈ ਕਿ ਅਗਰ ਤੁਸੀਂ EMPLOYEBLE ਹੈਗੇ ਹੋ, ਹੈਲਥ ਆਕੂਪੇਸ਼ਨ ਦੇ ਅੰਦਰ ਜਿਹੜੀ ਡਿਮਾਂਡ ਵਿੱਚ ਹੈਗੀ ਹੈ, ਤੁਸੀਂ STEM ਵਿੱਚ ਹੈਗੇ ਹੋ, ਜੈਸੇ ਬੇਸਿਕਲੀ ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ ਐਂਡ ਮੈਥਮੈਟਿਕਸ ਅੰਦਰ ਹੈਗੇ ਹੋ, ਤੁਸੀਂ ਅਗਰ ਐਗਰੀਕਲਚਰ ਜੌਬਸ ਨੇ, ਹੁਣ ਟ੍ਰੇਡਸ ਅਗਰ ਤੁਸੀਂ ਪਲੰਬਰ ਹੋ, ਕਾਰਪੈਂਟਰ ਹੋ, ਅਗਰ ਤੁਸੀਂ ਐਵਰੀ ਜੌਬਸ ਅੰਦਰ ਓਬਵੀਅਸਲੀ ਅਗਰ EMPLOYEBLE ਹੈਗੇ ਹੋ, ਤੁਹਾਡੇ ਵਾਸਤੇ ਅਪੋਰਚੁਨਿਟੀਜ਼ ਅੱਗੇ ਬਹੁਤ ਔਰ ਵਧਣ ਵਾਲੀਆਂ ਨੇ। ਗੌਰਮੈਂਟ ਦੀ ਪਾਲਿਸੀਆਂ ਸਾਰੀਆਂ ਉਸੇ ਤਰਫ ਜਾ ਰਹੀਆਂ ਨੇ। ਨਿਤਿਨ, ਹੁਣ ਇਹ 'ਚ ਇੱਕ ਬਹੁਤ ਵੱਡੀ ਗੱਲ ਇਹ ਆ, ਤੁਸੀਂ ਸਰਟੀਫਾਈਡ ਕੰਸਲਟੈਂਟ ਹੋ, ਇਹ ਜਦੋਂ ਵੀ ਕੋਈ ਨਵਾਂ ਸਿਸਟਮ ਗੌਰਮੈਂਟ ਕੱਢਦੀ ਹੈ ਤਾਂ ਉਹਦਾ ਅਬਿਊਜ਼ ਹੋਣਾ ਸ਼ੁਰੂ ਹੋ ਜਾਂਦਾ। ਤੁਹਾਨੂੰ ਪਤਾ ਹੀ LMI ਦਾ ਕਿੰਨਾ ਅਬਿਊਜ਼ ਹੋਇਆ। ਹੁਣ ਇਹਦੇ 'ਚ ਗੌਰਮੈਂਟ ਨੇ ਕੋਈ ਇਸ ਤਰ੍ਹਾਂ ਦੇ ਮੈਜਰਸ ਰੱਖੇ ਨੇ, ਕੋਈ ਸਾਵਧਾਨੀਆਂ ਵਰਤੀਆਂ ਨੇ ਟੂ ਸਟਾਰਟ ਵਿਦ, ਕਿ ਇਹਦਾ ਅਬਿਊਜ਼ ਨਾ ਹੋਏ, ਇਹਦਾ ਮਿਸਯੂਜ਼ ਨਾ ਹੋਏ? ਸੋ ਦੇਖੋ, ਮਿਸਯੂਜ਼ ਤਾਂ ਜਿਹੜਾ ਕਰਨ ਵਾਲਾ ਕਿਸੇ ਚੀਜ਼ ਦਾ ਵੀ ਹੋ ਸਕਦਾ, ਬਟ ਯੈਸ ਟੂ ਸਟਾਰਟ ਵਿਦ ਇਹਦੇ 'ਚ ਇਹੀ ਹੈ ਕਿ ਜਿਨ੍ਹਾਂ ਨੇ ਪਿਛਲੇ 5 ਸਾਲਾਂ ਵਿੱਚ 3 ਵਾਰੀ ਯੂਜ਼ ਕੀਤਾ ਹੋਏਗਾ ਔਰ ਉਹ ਸਭ ਕੁਛ ਸਮੂਥ ਚੱਲਿਆ ਹੋਏਗਾ, ਤਾਂ ਓਬਵੀਅਸਲੀ ਉਹ ਮਿਸਯੂਜ਼ ਉਹਨੇ ਨਹੀਂ ਕੀਤਾ ਹੋਏਗਾ। ਇਟ ਵੁੱਡ ਬੀ ਅ ਬੈਟਰ EMPLOYER, ਅ ਗੁੱਡ EMPLOYER, ਅ ਟਰਸਟਡ EMPLOYER। ਉਹਨਾਂ ਵਾਸਤੇ ਹੀ ਇਹ ਬੈਨੀਫਿਟ ਹੈ। ਯੈਸ, ਓਬਵੀਅਸਲੀ ਸਾਨੂੰ ਪਤਾ ਹਰ ਚੀਜ਼ ਦਾ ਮਿਸਯੂਜ਼ ਹੁੰਦਾ, ਬਟ ਯੈਸ ਉਹੀ ਹੈ ਕਿ 5% ਮਿਸਯੂਜ਼ ਵਾਸਤੇ 95% ਲੋਕਾਂ ਨੂੰ ਤਾਂ ਖੈਰ ਨਹੀਂ ਆਪਾਂ ਇਹ ਚਾਹੁੰਦੇ ਕਿ ਉਹਨਾਂ ਵਾਸਤੇ ਵੀ ਕੁਝ ਗਲਤ ਹੋਏ। ਅਤੇ ਓਵਰਆਲ ਇਕੋਨਮੀ ਵਾਸਤੇ ਇਹ ਗੁੱਡ ਹੈਗਾ, ਫਾਸਟ ਕਰੂਗਾ ਸਭ ਕੁਛ ਚੀਜ਼ਾਂ ਨੂੰ। ਔਰ ਜਿਹੜਾ ਪ੍ਰੋਜੈਕਸ਼ਨਸ ਇਹਨਾਂ ਦੀ ਹੈਗੀਆਂ ਨੇ ਕਿ ਆਉਣ ਵਾਲੇ 10 ਸਾਲਾਂ ਦੀ, I was surprised to see ਕਿ they are expecting around 4 million people in next 10 years ਜੋ ਰਿਟਾਇਰ ਹੋ ਜਾਣਗੇ। ਅਤੇ ਉਹਨਾਂ ਵਾਸਤੇ ਉਹਨਾਂ ਦੀ ਮੇਨ ਕੰਸਰਨ ਹੈਗੇ ਕਿ ਉਹ ਜਿਹੜੇ 4 ਮਿਲੀਅਨ ਲੋਕ ਰਿਟਾਇਰ ਹੋਣ ਵਾਲੇ ਨੇ, ਉਹਨਾਂ ਵਾਸਤੇ ਜਿਹੜੇ ਖਾਮੀਆਂ ਦੀ ਔਰ ਘਾਟ ਹੋਣ ਵਾਲੀ ਹੈ ਉਹ ਕਿਵੇਂ ਪੂਰੀ ਕਰੀ ਜਾਏਗੀ। ਉਹ ਇੱਕ ਰਾਤੋਂ ਰਾਤ ਹੋਣੀ ਨਹੀਂ ਕੀਤੀ, ਇਹ ਪ੍ਰੋਸੈਸਿਸ ਉਹਨਾਂ ਨੂੰ ਸਾਰੇ ਕਰਨੇ ਪੈਣਗੇ। ਦੈਟਸ ਦਾ ਓਨਲੀ ਰੀਜ਼ਨ ਦੇ ਆਰ ਡੂਇੰਗ ਆਲ ਦੀਜ਼ ਸਟੈਪਸ ਜੋ ਵੀ ਸ਼ੁਰੂ ਕਰਦੇ ਪਏ ਨੇ। ਇਹਨਾਂ ਦਾ ਇਫੈਕਟ ਆਊਗਾ ਲੰਬੇ ਰਸਤੇ 'ਚ, ਬਟ ਯੈਸ ਜਿਹੜੇ ਪ੍ਰੋਜੈਕਸ਼ਨ ਹੈਗੀ ਉਹਨਾਂ ਨੂੰ ਪੂਰਾ ਕਰਨਾ ਪੈਣਾ। ਸੋ ਪ੍ਰੋਜੈਕਸ਼ਨ ਦੇ ਮੁਤਾਬਕ 4 ਮਿਲੀਅਨ ਲੋਕ ਕਿੰਨੇ ਚਿਰ ਤਾਈਂ ਰਿਟਾਇਰ ਹੈਗੇ ਜੀ? 2021 ਤੋਂ ਲੈ ਕੇ 31 ਦੀ ਇਹਨਾਂ ਦੀ ਪ੍ਰੋਜੈਕਸ਼ਨ ਹੈਗੀ ਕਿ 3.9 ਮਿਲੀਅਨ ਪੀਪਲ ਵਿਲ ਬੀ ਰਿਟਾਇਰਿੰਗ। ਉਹਨਾਂ ਦੇ ਅੰਦਰ ਇਹਨਾਂ ਦਿੱਤਾ ਹੈ ਕਿ 1 ਮਿਲੀਅਨ ਪੀਪਲ ਜਿਹੜੇ ਹੈਗੇ ਨੇ ਉਹ ਐਮੀਗ੍ਰੇਟ ਜਾਂ ਡੈਥ
ਜਿਹੜਾ ਐਗਜ਼ਾਮਪਲ ਦਿੱਤਾ, ਯਾਨੀ ਕਰੀਬ 5 ਮਿਲੀਅਨ ਹੋ ਗਿਆ ਜਿਹੜਾ ਨੂੰ ਰਿਪਲੇਸ ਕਰਨਾ ਇਹਨਾਂ ਨੇ ਅਗਲੇ 10 ਇਅਰਸ 'ਤੇ। ਉਹਦਾ ਵਾਸਤੇ ਇਹਨਾਂ ਨੇ ਡਾਟਾ ਇੱਕ ਹੋਰ ਦਿੱਤਾ ਹੈ ਕਿ 5-5.5 ਮਿਲੀਅਨ ਲੋਕ ਸਕੂਲਿੰਗ ਤੋਂ ਲੀਵ ਵੀ ਕਰਨਗੇ ਅਗਲੇ 10 ਸਾਲਾਂ 'ਚ, ਬਟ ਓਬਵੀਅਸਲੀ ਉਹ ਸਾਰੇ ਬੱਚੇ ਤੇ ਉਹ ਕਾਮਿਆਂ ਵਾਸਤੇ ਸੈੱਟ ਨਹੀਂ ਹੋਣਗੇ ਨਾ। ਦੈਟਸ ਵਾਈ ਉਹਨੇ ਡਾਟਾ ਦਿੱਤਾ ਕਿ 2.5 ਮਿਲੀਅਨ ਇਮੀਗ੍ਰੈਂਟ ਆਲਸੋ ਦੇ ਨੀਡ ਇਨ ਨੈਕਸਟ 10 ਇਅਰਸ। ਤੋ ਇਮੀਗ੍ਰੈਂਟਸ ਨੂੰ ਜਾਂ ਜਿਹੜੇ ਆਲਰੇਡੀ ਪੀਪਲ ਇੱਥੇ ਨੇ ਉਹਨਾਂ ਨੂੰ ਕਲਾਸੀਫਾਈ ਕਰਨ ਵਾਸਤੇ ਸਾਰੇ ਪ੍ਰੋਗਰਾਮ ਆ ਰਹੇ ਨੇ ਤਾਂ ਕਿ ਉਹ ਲੋਕ ਆਪਣੀ ਐਮਪਲੋਏਬਿਲਿਟੀ ਆਪਣੇ ਸਕਿੱਲਸ ਉਸ ਹਿਸਾਬ ਨਾਲ ਹੀ ਐਨਹਾਂਸ ਕਰਨ, ਉਹੀ ਕੋਰਸਿਸ ਪੜ੍ਹਨ, ਉਹੀ ਆਪਣੇ ਸਕਿੱਲਸ ਨੂੰ ਐਨਹਾਂਸ ਕਰਨ ਜਿਹੜੇ ਇਨ ਸਭ ਜਿਹੜੇ ਡਿਮਾਂਡ ਵਾਲੀ ਆਕੂਪੇਸ਼ਨਸ ਨੇ ਉਹਦਾ ਵਾਸਤੇ ਉਹ ਐਮਪਲੋਏਬਲ ਹੋ ਜਾਣ, ਤਾਂ ਹੀ ਕੱਲ੍ਹ ਨੂੰ ਇਹ ਪ੍ਰੋਬਲਮ ਨਾ ਆਏ ਕਿ ਵੀ ਆਰ ਅੰਡਰ ਐਮਪਲੋਇਡ ਹੋਣ, ਲੋਕੀ ਹੋਣ ਜਿਹਨੂੰ ਅਸੀਂ ਇੰਪਲੋਏ ਨਹੀਂ ਕਰ ਸਕਦੇ, ਬਟ ਯੈਸ ਵੀ ਹੈਵ ਨੰਬਰ ਆਫ ਪੀਪਲ। ਐਵੇਂ ਨਾ ਹੋ ਜਾਏ ਜਿਹੜਾ ਤੁਸੀਂ ਅੱਜ ਕੱਲ੍ਹ ਬਸ ਫੀਲ ਕਰ ਰਹੇ ਹਾਂ ਕਿ ਪੀਪਲ ਆਰ ਦੇਅਰ, ਲੋਕੀ ਲਾਈਨਸ ਲੱਗੇ ਨੇ 4 ਜੋਬ ਵਾਸਤੇ, ਆਪਾਂ ਕਹਿੰਦੇ 100 ਬੰਦਾ ਪਹੁੰਚ ਜਾਂਦਾ, ਬਟ ਓਬਵੀਅਸਲੀ ਉਹ 4 ਜੋਬ ਜਿਹੜੀਆਂ ਨੇ ਉਹਦੇ ਵਾਸਤੇ ਉਹਨਾਂ ਕੋਲ ਸਕਿੱਲਸ ਹੈਗੀ ਕਿ ਨਹੀਂ ਹੈਗੀ, ਦੈਟ ਇਜ਼ ਦ ਮੇਨ ਕੁਐਸਚਨ। ਤਾਂ ਉਹਨੂੰ ਐਡਰੈਸ ਕਰਦੀਆਂ ਸਾਰੀ ਪਾਲਿਸੀਆਂ, ਅਤੇ ਇਨ ਦ ਲੌਂਗ ਰਨ ਵੀ ਆਰ ਹੋਪਿੰਗ ਕਿ ਇਹ ਬਿਲਕੁਲ ਸਹੀ ਤਰੀਕੇ ਜਾ ਰਿਹਾ। ਐਂਡ ਜਿਹੜੇ ਵੀ ਆਪਣੇ ਪ੍ਰੋਜੈਕਸ਼ਨਸ ਹੈਗੇ ਨੇ ਉਹਨਾਂ ਨੂੰ ਯੈਸ ਵੀ ਆਰ ਟਰਾਈਂਗ ਟੂ, ਗਵਰਨਮੈਂਟ ਇਜ਼ ਬੇਸਿਕਲੀ ਟਰਾਈਂਗ ਟੂ ਐਡਰੈਸ। ਸੋ ਸਤੰਬਰ ਦੇ ਵਿੱਚ ਪਤਾ ਲੱਗ ਜਾਏਗਾ ਕਿ ਕਿੰਨੇ ਕੁ ਐਮਪਲੋਇਰ ਇਸ ਦੇ ਵਿੱਚ ਸ਼ਾਮਿਲ ਹੁੰਦੇ ਨੇ। ਬਿਲਕੁਲ ਲਿਖਿਆ ਹੁੰਦਾ ਕਿ ਉਹ ਓਬਵੀਅਸਲੀ ਜੌਬ ਬੈਂਕ ਤੇ ਟਿਕ ਆਉਣਾ ਸ਼ੁਰੂ ਹੋ ਜਾਏਗਾ ਉਹਨਾਂ ਨੂੰ ਕਿ ਹੀ ਇਜ਼ ਅ ਰਿਕੋਗਨਾਈਜ਼ਡ ਐਮਪਲੋਇਰ, ਹੀ ਇਜ਼ ਅ ਰਿਕੋਗਨਾਈਜ਼ਡ ਐਮਪਲੋਇਰ। ਹੁਣ ਇਹੀ ਲਿਖਿਆ, ਇਹਦਾ ਫਾਇਦਾ ਐਮਪਲੋਇਰ ਨੂੰ ਇਹ ਹੋਗਾ ਕਿ ਜਿਹੜੇ ਵੀ ਨਵੇਂ ਜੌਬ ਸੀਕਰਸ ਨੇ ਉਹ ਦੇਖ ਲੈਣਗੇ ਕਿ ਰਿਕੋਗਨਾਈਜ਼ਡ ਐਮਪਲੋਇਰ ਅਗਰ ਮੈਂ ਇਹਨੂੰ ਅਪਲਾਈ ਕਰਾਂਗਾ ਔਰ ਇਹ ਮੈਨੂੰ ਜੌਬ ਦੇਗਾ ਤਾਂ ਮੈਨੂੰ ਜਲਦੀ ਪਰਮਿਟ ਮਿਲ ਜਾਣਾ, ਤਾਂ ਇਟ ਵਿਲ ਬੀ ਵੈਰੀ ਬੈਟਰ, ਗੁੱਡ ਫॉर them ਟੂ ਫਾਈਂਡ ਐਮਪਲੋਇਜ਼ ਫਰਮ ਆਲ ਅਰਾਊਂਡ ਦ ਵਰਲਡ। ਪਰ ਕੈਟਾਗਰੀਜ਼ ਹੋਣਗੀਆਂ, ਜੇ ਹੁਣ ਟਰੱਕਿੰਗ ਕੰਪਨੀ ਵਾਲੇ ਆ ਜੀ ਤਾਂ ਉਹ ਜਿਹੜੇ ਡਰਾਈਵਰਸ ਹੀ ਲੈ ਕੇ ਆ ਸਕਣਗੇ, ਨਾ ਕਿ ਖੇਤੀਬਾੜੀ ਵਾਲੇ ਵਰਕਰ ਲੈ ਕੇ ਆਉਣ। ਬਿਲਕੁਲ ਸਰ, ਬਿਲਕੁਲ। ਉਹ ਐਮਪਲੋਇਰ ਜੀ ਵही ਮੈਂ ਕਹਿਣਾ ਤੁਹਾਨੂੰ ਕਿ LMI ਦੀ ਜਿਹੜੀ ਹੁੰਦੀ ਹੈ ਪ੍ਰੋਸੈਸਿੰਗ, ਉਹ ਸਕੂਟਨੀ 2 ਤਰੀਕੇ ਨਾਲ ਹੁੰਦੀ ਹੈ। ਇੱਕ ਹੁੰਦੀ ਹੈ ਕਿ ਬਿਜ਼ਨਸ ਲੈਜਡ ਹੈ ਕਿ ਨਹੀਂ, ਦੂਜੀ ਹੁੰਦੀ ਹੈ ਕਿ ਉਹ ਜਿਹੜੀ ਪੋਜੀਸ਼ਨ ਵਾਸਤੇ LMI ਐਪਲੀਕੇਸ਼ਨ ਪਾਈ ਗਈ ਹੈ ਉਹ ਬੇਸਿਕਲੀ ਉਸ ਬਿਜ਼ਨਸ ਵਾਸਤੇ ਲੋੜ ਵੀ ਹੈ ਕਿ ਨਹੀਂ, ਰਿਕਰੂਟਮੈਂਟ ਐਫਰਟ ਕੀਤੇ ਗਏ ਸੀ ਕਿ ਨਹੀਂ ਕੀਤੇ ਗਏ ਸੀ, ਕਿ ਉਹਨਾਂ ਨੇ ਬੰਦੇ ਅੰਦਰੋਂ ਲੱਭੇ ਸੀ ਕਿ ਨਹੀਂ ਲੱਭੇ ਸੀ। ਉਹ 2 ਚੀਜ਼ਾਂ ਵਾਸਤੇ ਸਕੂਟਨੀ ਹੁੰਦੀ ਹੈ। ਪਹਿਲੀ ਸਕੂਟਨੀ ਵਾਸਤੇ ਈਜ਼ੀ ਹੋ ਜਾਊਗਾ ਕਿ ਲੈਜਿਟ ਬਿਜ਼ਨਸ ਹੈ ਕਿ ਨਹੀਂ, ਉਹਨਾਂ ਨੂੰ ਚੈੱਕ ਹੋ ਜਾਊਗਾ ਕਿ 5 ਸਾਲਾਂ ਤੋਂ ਹੀ ਇਜ਼ ਵਰਕਿੰਗ, ਹੀ ਇਜ਼ ਰਿਕੋਗਨਾਈਜ਼ਡ ਐਮਪਲੋਇਰ। ਅੱਛਾ, ਮੇਰਾ ਆਖਰੀ ਸਵਾਲ ਇਹ ਆ ਵੀ ਦੇਖੋ LMI ਦੇ ਵਿੱਚ ਨੁਕਸ ਸੀਗੇ ਕਈ, LMI ਸਿਸਟਮ ਦੇ ਵਿੱਚ ਖਾਸ ਤੌਰ ਦੇ ਉੱਤੇ ਜਿਸ ਤਰੀਕੇ ਨਾਲ ਉਹ ਅਬਿਊਜ਼ ਹੋਇਆ ਉਹ ਬਹੁਤ ਭੈੜਾ ਸੀ, ਹੈ ਹਾਲੇ ਵੀ। ਪਰ ਉਹਦੇ ਵਿੱਚ ਇੱਕ ਚੰਗੀ ਗੱਲ ਇਹ ਵੀ ਸੀ ਕਿ ਤੁਸੀਂ ਉਸ ਦੀ ਜਿਹੜੀ ਸਕਰੂਟਨੀ ਦੇ ਵਿੱਚ ਪਤਾ ਲਾ ਸਕਦੇ ਸੀ ਕਿ ਦਰਅਸਲ ਇਸ ਵਿਅਕਤੀ ਨੇ ਜਿਹੜਾ ਐਮਪਲੋਇਰ ਆ ਇਹਨੇ ਕੋਈ ਤਲਾਸ਼ ਵੀ ਕੀਤੀ ਹੈ ਜਾਂ ਨਹੀਂ ਕੀਤੀ। ਤੁਹਾਨੂੰ ਐਡਵਰਟਾਈਜ਼ਮੈਂਟ ਕਰਨਾ ਪੈਂਦਾ ਸੀ, ਬੇਸ਼ੱਕ ਉਹਦੇ ਵਿੱਚ ਵੀ ਕਈ ਫਲਾ ਸੀ, ਲੇਕਿਨ ਫਿਰ ਵੀ ਦੱਸਣਾ ਪੈਂਦਾ ਸੀ ਤੁਹਾਨੂੰ। ਬਿਲਕੁਲ। ਹੁਣ ਜਿਹੜਾ ਇਹ ਸਿਸਟਮ ਚੱਲਣਾ, ਇਹਦੇ ਵਿੱਚ ਤਾਂ ਮੇਰਾ ਖਿਆਲ ਆ ਦੱਸਣ ਦੀ ਵੀ ਲੋੜ ਨਹੀਂ। ਜੀ ਐਗਰੀਕਲਚਰ ਨੂੰ ਐਗਜ਼ੈਂਪਟ ਕੀਤਾ ਹੋਇਆ ਅੱਜ ਕੱਲ੍ਹ ਇਹਦੇ ਵਾਸਤੇ, ਐਗਰੀਕਲਚਰ ਹੀ ਤੁਹਾਨੂੰ ਐਡ ਕਰਨ ਦੀ ਲੋੜ ਨਹੀਂ ਹੈਗੀ, ਬਿਕੋਜ਼ ਦੇ ਹੈਵ ਆਲਰੇਡੀ ਵੈਰੀਫਾਈਡ, ਉਹ ਵੈਰੀਫਾਈ ਕਰ ਚੁੱਕੇ ਨੇ ਕਿ ਐਗਰੀਕਲਚਰ ਜਿਹੜੀ ਡਿਮਾਂਡ ਹੈਗੀ ਉਹ ਕਰੰਟ ਜਿਹੜਾ ਇੱਥੇ ਬੇਸ ਹੈਗਾ ਆਲਰੇਡੀ ਜੋਬ ਲੋਕਾਂ ਦਾ ਸੀਕਰਸ ਦਾ ਉਹਦੇ ਅੰਦਰੋਂ ਨਹੀਂ ਪੂਰੀ ਹੋਣੀ, ਅਤੇ ਅਗਰ ਉਹਦੇ 'ਚ ਵੀ ਉਹ ਐਡ ਲਾ ਦੇਣਗੇ ਤਾਂ ਡਿਲੇ ਹੋ ਜਾਊਗਾ ਉਹ ਡੈਟ, ਬਿਕੋਜ਼ ਇਹ ਬਲਕ ਦੀ ਹੁੰਦੀ ਹੈ। ਜਿਵੇਂ ਇੱਕ ਫਾਰਮ ਨੂੰ 20-20, 25-25, 30-30, 50-50, ਕਈਆਂ ਨੂੰ 100-100 ਲੋਕਾਂ ਦੀ ਲੋੜ ਹੁੰਦੀ ਹੈ, ਤਾਂ ਓਬਵੀਅਸਲੀ ਇਟ ਇਜ਼ ਨਾਟ ਈਜ਼ੀ ਫॉर them ਟੂ ਫਾਈਂਡ 100 ਪੀਪਲ ਫਰੋਮ ਹੇਅਰ ਓਨਲੀ। ਦੈਟਸ ਵਾਈ ਉਹਨਾਂ ਨੇ ਕੁਝ ਐਗਜ਼ੈਂਪਸ਼ਨਸ ਦਿੱਤੀਆਂ ਵੀ ਐਗਰੀਕਲਚਰ ਨੂੰ, ਬਟ ਲੇਕਿਨ ਬਾਕੀ ਸਭ ਇੰਡਸਟਰੀਜ਼ ਨੂੰ ਅੱਜ ਦੀ ਡੇਟ 'ਚ ਵੀ ਰਿਕਰੂਟਮੈਂਟ ਐਫਰਟਸ ਕਰਨੇ ਪੈਂਦੇ ਨੇ। ਤਾਂ ਅੱਗੇ ਉਹ ਰਿਕਰੂਟਮੈਂਟ ਐਫਰਟਸ ਬਾਰੇ ਇਹਨਾਂ ਨੇ ਕੁਝ ਨਹੀਂ ਲਿਖਿਆ, ਤਾਂ ਉਹ ਤਾਂ ਮੇ ਵੀ ਕਰਨੇ ਹੀ ਪੈਣਗੇ, ਬਟ ਯੈਸ ਉਹ ਜ਼ਿਆਦਾ ਨਹੀਂ ਹੁੰਦੇ, 28 ਡੇਜ਼ 4 ਵੀਕਸ ਉਹਨਾਂ ਨੂੰ ਅਪਲਾਈ ਕਰਨਾ ਪੈਂਦਾ। ਅਗਰ ਉਹਨਾਂ ਨੂੰ ਨਹੀਂ ਮਿਲਦਾ ਤਾਂ ਦੈਨ ਦੇ ਕੈਨ ਐਕਚੁਅਲੀ ਅਪਲਾਈ ਫॉर LMI। ਨਿਤਿਨ ਚੱਡਾ ਜੀ, ਜੇ ਕੋਈ ਸਵਾਲ ਪੁੱਛਣਾ ਹੋਵੇ ਤੁਹਾਨੂੰ ਤਾਂ ਤੁਹਾਡਾ ਟੈਲੀਫੋਨ ਨੰਬਰ ਕੀ ਹੈ? 778 917 3375।